ਵੈਲਕਮ ਸਟੂਡੈਂਟਸ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਲਚਰ ਤੇ ਸਾਇੰਸ ਦੀ ਗੱਲ ਕਰਾਂਗੇ। ਪਹਿਲਾ ਕਲਚਰ ਸੰਸਕ੍ਰਿਤੀ। ਵਿਸ਼ਵ ਦੀਆਂ ਪੁਰਾਣੀਆਂ ਸੱਭਿਅਤਾਵਾਂ ਵਿੱਚ ਭਾਰਤੀ ਸੰਸਕ੍ਰਿਤੀ ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਭਾਰਤੀ ਸੰਸਕ੍ਰਿਤੀ ਭਾਰਤ ਦੀਆਂ ਸੀਮਾਵਾਂ ਨੂੰ ਪਾਰ ਕਰ ਬਾਹਰੀ ਵਿਸ਼ਵ ਦੇ ਸੰਪਰਕ ਵਿੱਚ ਆਈ। ਭਾਰਤੀ ਸੰਸਕ੍ਰਿਤੀ ਦਾ ਰੰਗ ਭਾਰਤ ਦੇ ਬਾਹਰ ਜਿਸ ਖੇਤਰ ਵਿੱਚ ਵੀ ਨਜ਼ਰ ਆਇਆ, ਉੱਥੇ ਦੇ ਨਿਵਾਸੀਆਂ ਅਤੇ ਜਨਜੀਵਨ ਨੂੰ ਉਸਨੇ ਆਪਣੇ ਰੰਗ ਵਿੱਚ ਰੰਗ ਲਿਆ। ਭਾਰਤੀ ਸੰਸਕ੍ਰਿਤੀ ਪੱਛਮ ਏਸ਼ੀਆ, ਮੱਧ ਏਸ਼ੀਆ ਅਤੇ ਦੱਖਣ ਪੂਰਬ ਏਸ਼ੀਆ ਦੇ ਜਿਹੜੇ ਖੇਤਰਾਂ ਵਿੱਚ ਫੈਲੀ। ਪ੍ਰਾਚੀਨ ਕਾਲ ਵਿੱਚ ਉਹ ਸੰਪੂਰਨ ਖੇਤਰ ਵਿਸ਼ਾਲ ਭਾਰਤ ਦੇ ਭਾਗ ਕਹਿਲਾਉਂਦਾ ਹੈ। ਪੱਛਮ ਵਿਸ਼ਵ ਦੇ ਨਾਲ ਭਾਰਤ ਦਾ ਸੰਬੰਧ। ਹੜੱਪਾ ਸਭਿਅਤਾ ਦੀ ਖੁਦਾਈ ਤੋਂ ਬਾਅਦ ਭਾਰਤ ਕਈ ਵਸਤੂਆਂ ਵਿੱਚ ਪ੍ਰਮਾਣਿਤ ਹੜੱਪਾ ਸਭਿਅਤਾ ਦੀ ਖੁਦਾਈ ਹੈ ਜਿਹੜੀ, ਉਹਦੇ ਵਿੱਚੋਂ ਕਈ ਵਸਤੂਆਂ ਮਿਲੀਆਂ ਨੇ ਜਿਹੜੀਆਂ ਇਹ ਪ੍ਰਮਾਣਿਤ ਕਰਦੀਆਂ ਨੇ ਕਿ ਇਸ ਖੇਤਰ ਵਿੱਚ ਲੋਕਾਂ ਦਾ ਵਪਾਰਕ ਅਤੇ ਸਾਂਸਕ੍ਰਿਤਿਕ ਸੰਬੰਧ ਮਿਸਰ ਅਤੇ ਮੈਸੋਪੋਟਾਮੀਆ ਦੇ ਲੋਕਾਂ ਨਾਲ ਰਿਹਾ। 600 ਈਸਵੀ ਪੂਰਵ ਤੱਕ ਭਾਰਤ ਦਾ ਸੰਬੰਧ ਫਾਰਸ, ਯੂਨਾਨ ਅਤੇ ਰੋਮ ਦੇ ਲੋਕਾਂ ਨਾਲ ਬਣਿਆ ਰਿਹਾ। ਇਸ ਲਈ ਖੇਤਰਾਂ ਦੇ ਮੱਧ ਸਮਾਜਿਕ, ਧਾਰਮਿਕ ਅਤੇ ਸਾਂਸਕ੍ਰਿਤਿਕ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ। ਸਿਕੰਦਰ ਮਹਾਨ ਦੇ ਹਮਲੇ ਨਾਲ ਭਾਰਤ ਅਤੇ ਯੂਨਾਨੀ ਸੰਸਕ੍ਰਿਤੀਆਂ ਨੂੰ ਮੇਲ ਦਾ ਮੌਕਾ ਦਿੱਤਾ। ਅਸ਼ੋਕ ਨੇ ਧੰਮ ਵਿਜੇ ਯਾਤਰਾ ਦੇ ਸਮੇਂ ਧਰਮ ਪ੍ਰਚਾਰ ਨੂੰ 5 ਪੱਛਮੀ ਦੇਸ਼ਾਂ ਵਿੱਚ ਭੇਜਿਆ। ਰੋਮ ਵਾਸੀ ਭਾਰਤੀ ਰੇਸ਼ਮ, ਕਪਾਹ, ਗਹਿਣੇ, ਨਗ, ਗਰਮ ਮਸਾਲੇ ਅਤੇ ਧਾਤੂਆਂ ਦੇ ਵਰਤਣ ਤੇ ਪੈਸਾ ਪਾਣੀ ਦੀ ਤਰ੍ਹਾਂ ਖਰਚ ਕਰਦੇ ਸਨ। ਇਸ ਨਾਲ ਭਾਰਤ ਵਿੱਚ ਧਨ ਤੇ ਖੁਸ਼ਹਾਲੀ ਦੀਆਂ ਨਦੀਆਂ ਵਹਿੰਦੀਆਂ ਸਨ। ਸੰਗਮ ਸਾਹਿਤ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ। ਫਿਰ ਮੱਧ ਏਸ਼ੀਆ ਦੇ ਭਾਰਤ ਦੇ ਨਾਲ ਸੰਬੰਧ। ਭਾਰਤ ਦੇ ਮੱਧ ਏਸ਼ੀਆ ਅਤੇ ਮੱਧ ਦੇ ਉੱਚੇ ਪਹਾੜਾਂ ਤੇ ਪਠਾਰਾਂ ਦੀਆਂ ਜਿਹੜੀਆਂ ਕੁਦਰਤੀ ਮੁਸ਼ਕਲਾਂ ਹਨ, ਦੋਵੇਂ ਖੇਤਰਾਂ ਵਿੱਚ ਸੰਸਕ੍ਰਿਤੀ ਅਤੇ ਵਪਾਰਕ ਆਦਾਨ ਪ੍ਰਦਾਨ ਕਰਨ ਵਿੱਚ ਲੋਕਾਂ ਨੇ ਉਹਨਾਂ ਮੁਸ਼ਕਲਾਂ ਨੂੰ ਵੀ ਤੋੜ ਦਿੱਤਾ। ਮੱਧ ਏਸ਼ੀਆ ਤੋਂ ਆਉਣ ਵਾਲੇ ਲੋਕਾਂ ਨੇ ਭਾਰਤੀ ਧਰਮ ਅਪਣਾ ਕੇ ਭਾਰਤੀ ਧਰਮ, ਦਰਸ਼ਨ, ਸੰਸਕ੍ਰਿਤੀ ਅਤੇ ਵਿਚਾਰਧਾਰਾ ਦਾ ਪ੍ਰਭਾਵ ਮੱਧ ਏਸ਼ੀਆ ਤੱਕ ਫੈਲਾ ਦਿੱਤਾ। ਪ੍ਰਾਚੀਨ ਪੁਰਾਤੱਤਵ ਖੋਜਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਭਾਰਤ ਦੇ ਖੋਤਾਨ, ਕੋਚੀ, ਕੈਰਾ ਸ਼ਹਿਰ, ਕਾਸ਼ਗਰ ਦੇ ਨਿਵਾਸੀਆਂ ਨਾਲ ਡੂੰਘੇ ਸੰਬੰਧ ਸਨ। ਇਹਨਾਂ ਦੇ ਸਾਰੇ ਨਗਰਾਂ ਵਿੱਚ ਭਾਰਤੀ ਸੰਸਕ੍ਰਿਤੀ ਦੀ ਮਜ਼ਬੂਤ ਪਹੁੰਚ ਸੀ। ਇਸ ਖੇਤਰ ਦੇ ਸ਼ਾਸਕਾਂ ਦੇ ਨਾਮ ਭਾਰਤੀਆਂ ਦੇ ਅਨੁਸਾਰ ਸਨ। ਇਹਨਾਂ ਦੀ ਭਾਸ਼ਾ ਸੰਸਕ੍ਰਿਤ ਸੀ। ਇਸ ਸਮੁੱਚੇ ਖੇਤਰ ਵਿੱਚ ਬੁੱਧ ਧਰਮ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਸਨ। ਅਸ਼ੋਕ ਨੇ ਮੱਧ ਏਸ਼ੀਆ ਵਿੱਚ ਆਪਣੇ ਧਰਮ ਪ੍ਰਚਾਰਕ ਭੇਜ ਕੇ ਬੁੱਧ ਧਰਮ ਨੂੰ ਫੈਲਾਉਣ ਦਾ ਬਹੁਤ ਸਹਿਯੋਗ ਦਿੱਤਾ। ਉਸ ਸਮੇਂ ਵਿੱਚ ਅਫਗਾਨਿਸਤਾਨ ਬੁੱਧ ਧਰਮ ਤੇ ਗੰਧਾਰ ਕਲਾ ਦਾ ਕੇਂਦਰ ਬਣ ਗਿਆ। ਅਫਗਾਨਿਸਤਾਨ ਵਿੱਚ ਥਾਮਿਆਨ ਵਿੱਚ ਸਥਿਤ ਮਹਾਤਮਾ ਬੁੱਧ ਦੀ ਸਭ ਤੋਂ ਵੱਡੀ ਮੂਰਤੀ ਸੀ, ਜਿਸ ਨੂੰ 2021 ਈਸਵੀ ਵਿੱਚ ਤਾਲੀਬਾਨ ਸ਼ਾਸਕਾਂ ਨੇ ਤੜਵਾ ਦਿੱਤਾ ਸੀ। ਇਸ ਪ੍ਰਕਾਰ ਭਾਰਤੀ ਕਲਾ ਅਤੇ ਸੰਸਕ੍ਰਿਤੀ ਮੱਧ ਏਸ਼ੀਆ ਵਿੱਚ ਆਪਣੇ ਪੈਰ ਪਸਾਰ ਚੁੱਕੀ ਸੀ। ਫਿਰ ਹੈਗਾ ਦੱਖਣ ਪੂਰਬੀ ਏਸ਼ੀਆ ਦੇ ਨਾਲ ਭਾਰਤ ਦੇ ਸੰਬੰਧ। ਸ਼੍ਰੀਲੰਕਾ ਭਾਰਤ ਦਾ ਗੁਆਂਢੀ ਦੇਸ਼ ਹੈ। ਇਸ ਲਈ ਰਾਮਾਇਣ ਕਾਲ ਤਾਂ ਹੀ ਇਸ ਨਾਲ ਸਾਡੇ ਗਹਿਰੇ ਤੇ ਮਜ਼ਬੂਤ ਰਿਸ਼ਤੇ ਰਹੇ ਨੇ। ਅਸ਼ੋਕ ਨੇ ਇੱਥੇ ਬੁੱਧ ਧਰਮ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਵਾਇਆ। ਦੀਪਵੰਸ਼ ਤੇ ਮਹਾਵੰਸ਼ ਵਿੱਚ ਸਾਨੂੰ ਬੁੱਧ ਧਰਮ ਸੰਬੰਧੀ ਜਾਣਕਾਰੀ ਮਿਲਦੀ ਹੈ।
ਭਾਰਤੀ ਵਿਦਵਾਨ ਬੁੱਧਘੋਸ਼ ਨੇ ਜਾਤਕ ਕਥਾਵਾਂ ਅਤੇ ਟੀਕੇ ਲਿਖੇ। ਬੁੱਧ ਧਰਮ ਨਾਲ ਸ਼੍ਰੀਲੰਕਾ ਵਿੱਚ ਭਾਰਤੀ ਸੰਸਕ੍ਰਿਤੀ, ਦਰਸ਼ਨ, ਜੀਵਨ ਦੀਆਂ ਲਹਿਰਾਂ ਪਹੁੰਚ ਗਈਆਂ। ਭਾਰਤੀ ਸੰਸਕ੍ਰਿਤੀ, ਸੱਭਿਆ, ਧਰਮ ਅਤੇ ਵਿਚਾਰਾਂ ਦਾ ਪ੍ਰਕਾਸ਼ ਚੀਨ, ਥਾਈਲੈਂਡ, ਬ੍ਰਹਮ ਦੇਸ਼ ਤੇ ਸੁਨਹਿਰੀ ਦੀਪਾਂ ਤੱਕ ਪਹੁੰਚ ਚੁੱਕਿਆ ਸੀ। ਭਾਰਤੀ ਵਪਾਰੀ ਅਤੇ ਸ਼ਾਸਕ ਵਰਗ ਹੀ ਇਹਨਾਂ ਦੇਸ਼ਾਂ ਵਿੱਚ ਪਹੁੰਚੇ ਜਿੱਥੇ ਲੋਕਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲਿਆ। ਕੰਬੋਡੀਆ ਦੇਸ਼ ਉਸ ਸਮੇਂ ਭਾਰਤ ਦੀ ਸੰਸਕ੍ਰਿਤੀ ਗਤੀਵਿਧੀਆਂ ਦਾ ਕੇਂਦਰ ਸੀ। ਕੰਬੋਡੀਆ ਦਾ ਅੰਕੋਰ ਵਾਟ ਦਾ ਵਿਸ਼ਨੂੰ ਮੰਦਿਰ ਅੱਜ ਵੀ ਭਾਰਤੀ ਧਰਮ ਤੇ ਸੰਸਕ੍ਰਿਤੀ ਦੇ ਝੰਡੇ ਲਹਿਰਾ ਰਿਹਾ ਹੈ। ਬੁੱਧ ਨੂੰ ਸਮਰਪਿਤ ਜਾਵਾ ਦੀਪ ਤੇ ਬਣਿਆ ਬੋਰੋਬੁਦੂਰ ਦਾ ਸਤੂਪ ਅੱਜ ਵੀ ਭਾਰਤੀ ਧਰਮ ਤੇ ਸੰਸਕ੍ਰਿਤੀ ਦੀ ਗੌਰਵ ਗਾਥਾ ਗਾਉਂਦਾ ਪ੍ਰਤੀਤ ਹੁੰਦਾ ਹੈ। ਇਹਨਾਂ ਖੇਤਰਾਂ ਵਿੱਚ ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ ਦੇ ਆਦਰਸ਼ਾਂ ਦੀ ਧੂਮ ਮੱਚ ਗਈ ਸੀ। ਸਾਰੇ ਦੇਸ਼ਾਂ ਵਿੱਚ ਮਹਾਭਾਰਤ ਤੇ ਰਾਮਾਇਣ ਦੀਆਂ ਕਹਾਣੀਆਂ ਦਾ ਪ੍ਰਦਰਸ਼ਨ ਕੀਤਾ ਜਾਣ ਲੱਗਾ। ਇਹਨਾਂ ਖੇਤਰਾਂ ਵਿੱਚ ਅੱਜ ਵੀ ਰਾਮਾਇਣ ਤੇ ਮਹਾਭਾਰਤ ਦੇ ਆਧਾਰ ਤੇ ਨਾਟਕ, ਨ੍ਰਿਤ ਖੇਡੇ ਜਾਂਦੇ ਹਨ, ਭਾਵੇਂ ਕਿ ਇਹਨਾਂ ਦੀ ਸ਼ੈਲੀ ਭਾਰਤ ਦੀ ਸ਼ੈਲੀ ਤੋਂ ਅਲੱਗ ਹੈ। ਚੀਨ ਅਤੇ ਭਾਰਤ ਬੁੱਧ ਧਰਮ ਦੇ ਪ੍ਰਚਾਰ ਦੇ ਮੁੱਖ ਕਾਰਨ ਇੱਕ ਦੂਜੇ ਦੇ ਨੇੜੇ ਆ ਗਏ। ਕਨਿਸ਼ਕ ਦੇ ਸ਼ਾਸਨ ਕਾਲ ਵਿੱਚ ਭਾਰਤੀ ਬੁੱਧ ਧਰਮ ਦਾ ਪ੍ਰਚਾਰ ਕਰਨ ਚੀਨ ਗਏ। ਭਾਰਤੀ ਵਾਸੀਆਂ ਨੇ ਚੀਨ ਦੇ ਲੋਕਾਂ ਨੂੰ ਗੌਤਮ ਬੁੱਧ ਦਾ ਚਿੱਤਰ ਬਣਾਉਣਾ ਸਿਖਾਇਆ, ਕਪਾਹ ਦੀ ਖੇਤੀ ਕਰਨ ਦੀ ਕਲਾ ਦੱਸੀ। ਭਾਰਤੀਆਂ ਨੇ ਚੀਨ ਵਾਸੀਆਂ ਤੋਂ ਕਾਗਜ਼ ਬਣਾਉਣ ਤੇ ਰੇਸ਼ਮ ਉਗਾਉਣ ਦੀ ਵਿਧੀ ਸਿੱਖੀ। ਚੀਨ ਤੋਂ ਫਾਹੀਆਨ, ਹਿਊਨ-ਸਾਂਗ ਅਤੇ ਇਤਸਿੰਗ ਆਦਿ ਚੀਨੀ ਯਾਤਰੀ ਭਾਰਤ ਆਏ। ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ ਅਤੇ ਰਾਜੇ ਨਰੇਸ਼ਾਂ ਨਾਲ ਭਾਰਤ ਦੇ ਮਿੱਤਰਤਾਪੂਰਨ ਸੰਬੰਧ ਸਨ। ਸੁਮਾਤਰਾ ਦੇ ਸ਼ਾਸਕ ਨੇ ਨਾਲੰਦਾ ਵਿੱਚ ਇੱਕ ਬਿਹਾਰ ਦੀ ਰਚਨਾ ਕਰਵਾਈ। ਇਹਨਾਂ ਦੇਸ਼ਾਂ ਦੇ ਵਿਦਿਆਰਥੀ ਵਿੱਦਿਆ ਲੈਣ ਲਈ ਨਾਲੰਦਾ, ਵਿਕਰਮਸ਼ਿਲਾ, ਕਾਸ਼ੀ ਤੇ ਉਦਾਂਤਪੁਰੀ ਦੇ ਸਿੱਖਿਆ ਕੇਂਦਰਾਂ ਵਿੱਚ ਆਉਂਦੇ ਸਨ। ਦੱਖਣ ਪੂਰਬ ਏਸ਼ੀਆ ਵਿੱਚ ਭਾਰਤੀ ਸੱਭਿਅਤਾ ਸੰਸਕ੍ਰਿਤੀ ਦਾ ਪ੍ਰਭਾਵ ਇੰਨਾ ਵਿਆਪਕ ਸੀ ਕਿ ਉੱਥੇ ਭਾਰਤੀ ਸੰਸਕ੍ਰਿਤੀ ਦਾ ਪ੍ਰਭਾਵ ਅੱਜ ਵੀ ਝਲਕਦਾ ਪ੍ਰਤੀਤ ਹੁੰਦਾ ਹੈ। ਵਿਗਿਆਨ ਤੇ ਟੈਕਨੋਲੋਜੀ। ਗੁਪਤ ਸ਼ਾਸਕਾਂ ਨੇ ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਆਪਣਾ ਅਭੂਤਪੂਰਵ ਯੋਗਦਾਨ ਦਿੱਤਾ। ਉਹਨਾਂ ਨੇ ਵਿਗਿਆਨਕਾਂ ਨੂੰ ਸੁਰੱਖਿਆ ਦੇ ਕੇ ਇਹਨਾਂ ਦੋਨਾਂ ਦੇ ਤਰੱਕੀ ਦੇ ਦੁਆਰ ਖੋਲ੍ਹ ਦਿੱਤੇ। ਇਸ ਕਾਲ ਦੇ ਖਗੋਲ ਸ਼ਾਸਤਰੀ ਆਰਿਆ ਭੱਟ ਨੇ ਸੂਰਜ ਸਿਧਾਂਤ ਪੁਸਤਕ ਦੀ ਰਚਨਾ ਕਰਕੇ ਇਸ ਸਿਧਾਂਤ ਦਾ ਪ੍ਰਤੀਪਾਦਨ ਕੀਤਾ ਕਿ ਪ੍ਰਿਥਵੀ ਸੂਰਜ ਦੇ ਚਾਰੋਂ ਪਾਸੇ ਚੱਕਰ ਲਗਾਉਂਦੀ ਹੈ। ਇਹ ਸਿਧਾਂਤ ਹੁਣ ਸਰਵ ਪ੍ਰਮਾਣਿਤ ਸਿਧਾਂਤ ਬਣ ਚੁੱਕਿਆ। ਉਸ ਕਾਲ ਦੇ ਲੋਕ ਆਕਾਸ਼ੀ ਪਿੰਡਾਂ ਦੀਆਂ ਦੂਰੀਆਂ ਵੀ ਪਤਾ ਕਰਨਾ ਜਾਣਦੇ ਸਨ। ਇਸ ਕਾਲ ਦੇ ਲੋਕ ਦਸ਼ਮਲਵ ਪੱਧਤੀ ਤੋਂ ਜਾਣੂ ਸਨ। ਉਹਨਾਂ ਨੂੰ ਸਥਾਨੀ ਮਾਣ ਪ੍ਰਾਪਤ ਕਰਨਾ ਆਉਂਦਾ ਸੀ। ਭਾਰਤੀ ਗਣਿਤ ਪੱਧਤੀ ਦਾ ਇਹ ਗਿਆਨ ਭਾਰਤ ਤੋਂ ਅਰਬ ਅਤੇ ਅਰਬ ਤੋਂ ਯੂਰਪ ਤੱਕ ਪਹੁੰਚਿਆ। ਗੁਪਤ ਕਾਲ ਦੇ ਸ਼ਿਲਪਕਾਰ ਲੋਹੇ ਤੇ ਕਾਂਸੇ ਦੀਆਂ ਵਸਤੂਆਂ ਬਣਾਉਣ ਦੀ ਕਲਾ ਵਿੱਚ ਨਿਪੁੰਨ ਸਨ। ਮਹਿਰੌਲੀ ਦਾ ਲੋਹ ਸਤੰਭ ਉਸ ਸਮੇਂ ਦੀ ਟੈਕਨੋਲੋਜੀ ਦਾ ਬੇਜੋੜ ਨਮੂਨਾ ਹੈ। ਇਹ ਉਦੋਂ ਤੋਂ ਅੱਜ ਤੱਕ ਧੁੱਪ ਤੇ ਵਰਖਾ ਸਹਿ ਕੇ ਵੀ ਜੰਗ ਨਾਲ ਖਰਾਬ ਨਹੀਂ ਹੋਇਆ। ਗੁਪਤ ਕਾਲ ਵਿੱਚ ਭਾਰਤ ਨੇ ਚਾਰੋਂ ਪੱਖੀ ਤਰੱਕੀ ਕੀਤੀ। ਇਹ ਯੁੱਗ ਸਾਹਿਤ, ਕਲਾ, ਵਪਾਰ, ਵਿਗਿਆਨ ਦੀ ਮਹਾਨ ਪ੍ਰਗਤੀ ਦਾ ਯੁੱਗ ਸੀ। ਇਸ ਸਾਮਰਾਜ ਵਿੱਚ ਭਾਰਤੀ ਸਮਾਜ ਹਰ ਪਾਸੇ ਸੁੱਖ ਤੇ ਸ਼ਾਂਤੀ ਨਾਲ ਫੈਲਿਆ। ਇਸ ਲਈ ਗੁਪਤ ਨਿਸ਼ਚਿਤ ਹੀ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਰਿਹਾ। ਤਾਂ ਇਹ ਸੰਸਕ੍ਰਿਤੀ ਤੇ ਵਿਗਿਆਨ ਅਸੀਂ ਕੀਤਾ ਹੈ। ਹੁਣ ਅਸੀਂ ਇਹਦੇ MCQ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਓਕੇ, ਥੈਂਕਸ।